मूसेवाला कतलकांड दे विच एक होर खुलासा भी होया है। ट्रक दे जरिए शूटर गुजरात वाल नूं भज्जे सी। गोल्डी बराड़ ने सारा इंतजाम करवाया सी। 31 मई नूं फतेहाबाद तो अहमदाबाद दे लई रवाना हो गए सी। शूटर जो पहला इथों फतेहाबाद गए, जेडे शूटर सी वो वनडे भी गए सी। जो जानकारी सामने आई सी कि कुछ शूटर पंजाब दे विच रुके सी, लेकिन कुछ शूटर फतेहाबाद पहुंचे सी। ਤਾਂ 31 मई ਨੂੰ फतेहाबाद तो ट्रक जरिए गुजरात वाल नूं भज्जे सी। सारा इंतजाम गोल्डी बराड़ दे द्वारा करवाया गया सी। सूत्रां दे हवाले नाल खबर है 31 मई ਨੂੰ फतेहाबाद तो अहमदाबाद दे लई रवाना होए सी ਤਾਂ शूटर ट्रक जरिए फरार होए सी। ਜਿਹੜੇ ਟੈਕਨੀਕਸ ਵਰਤੀਆਂ ਜਾਂਦੀਆਂ ਨੇ, ਜਿਵੇਂ ਅਸੀਂ ਪਹਿਲਾਂ ਵੀ ਦੇਖਿਆ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਿਹੜੀਆਂ ਗੱਡੀਆਂ ਦੇ ਵਿੱਚ ਇਹ ਸ਼ੂਟਰ ਸਵਾਰ ਸੀ ਉਹ ਗੱਡੀਆਂ ਵੀ ਛੱਡ ਕੇ ਹੋਰ ਜ਼ਰੀਏ ਦੇ ਨਾਲ ਉੱਥੋਂ ਫਰਾਰ ਹੋਏ ਸੀ। ਤਾਂ ਫਤਿਹਾਬਾਦ ਜਦੋਂ ਪਹੁੰਚੇ ਹੈ ਤਾਂ ਉੱਥੋਂ ਵੀ ਟਰੱਕ ਦੇ ਜ਼ਰੀਏ ਅੱਗੇ ਜਿਹੜਾ ਹੈ ਉਹ ਅਹਿਮਦਾਬਾਦ ਦੇ ਲਈ ਰਵਾਨਾ ਹੋਏ, ਅਹਿਮਦਾਬਾਦ ਦੇ ਲਈ ਭੱਜੇ ਸੀ। ਗੁਜਰਾਤ ਦੇ ਵਿੱਚੋਂ ਕਈ ਜਿਹੜੀਆਂ ਗ੍ਰਿਫਤਾਰੀਆਂ ਨੇ ਉਹ ਹੋਈਆਂ ਨੇ ਇਸ ਮਾਮਲੇ ਦੇ ਵਿੱਚ ਤੇ 31 ਮਈ ਨੂੰ ਇਹ ਸ਼ੂਟਰ ਫਤਿਹਾਬਾਦ ਤੋਂ ਅਹਿਮਦਾਬਾਦ ਦੇ ਲਈ ਰਵਾਨਾ ਹੋਏ ਸੀ। ਸਾਰਾ ਇੰਤਜ਼ਾਮ ਗੋਲਡੀ ਬਰਾੜ ਦੇ ਵੱਲੋਂ ਕੀਤਾ ਗਿਆ ਸੀ। ਇਹ ਸੂਤਰਾਂ ਦੇ ਹਵਾਲੇ ਨਾਲ ਵੱਡੀ ਖਬਰ ਹੈ। ਤਾਂ ਕਾਤਲਾਂ ਦਾ ਇਹ ਐਂਟਰੀ ਰੂਟ ਸੀ ਖਰੜ ਤੋਂ ਲੁਧਿਆਣਾ ਤੇ ਫਿਰ ਮਾਨਸਾ। ਮਨਪ੍ਰੀਤ ਮੰਨੂ ਤੇ ਜਗਰੂਪ ਰੂਪਾ ਇਹ ਜਿਹੜੇ ਦੋ ਸ਼ੂਟਰ ਨੇ, ਇਹਨਾਂ ਦਾ ਐਂਟਰੀ ਰੂਟ ਸੀ ਇੱਥੋਂ ਤੇ ਉਸ ਤੋਂ ਬਾਅਦ ਮਾਨਸਾ ਤੋਂ ਫਿਰ ਇਹ ਲੁਧਿਆਣਾ ਪਹੁੰਚਦੇ ਨੇ ਤੇ ਫਿਰ ਗਾਇਬ ਹੋ ਜਾਂਦੇ ਨੇ। ਇਹ ਐਗਜ਼ਿਟ ਰੂਟ ਸੀ ਇਹਨਾਂ ਦੋ ਕਾਤਲਾਂ ਦਾ ਜੋ ਪੰਜਾਬ ਦੇ ਵਿੱਚ ਹੀ ਫਰਾਰ ਹੋਏ। ਤੇ ਫੌਜੀ ਅੰਕਿਤ, ਕਸ਼ਿਸ਼, ਦੀਪਕ ਮੁੰਡੀ ਇੱਕੋ ਗੱਡੀ ਦੇ ਵਿੱਚ ਸਵਾਰ ਸੀ। ਉਕਲਾਣਾ ਮੰਡੀ ਹਿਸਾਰ ਤੋਂ ਫਤਿਹਾਬਾਦ ਪਹੁੰਚਦੇ ਆ, ਉੱਥੋਂ ਸਰਦੂਲਗੜ੍ਹ ਤੇ ਫਿਰ ਮਾਨਸਾ। ਐਂਟਰੀ ਰੂਟ ਇਹਨਾਂ ਦਾ ਇਹ ਸੀ। ਐਗਜ਼ਿਟ ਰੂਟ ਮਾਨਸਾ ਤੋਂ ਫਤਿਹਾਬਾਦ ਹੋਟਲ ਦੇ ਵਿੱਚ ਰਾਤ ਰੁਕੇ, ਤੋਸਮ ਦੇ ਵਿੱਚ ਰਾਤ ਰੁਕੇ, ਪਿਲਾਨੀ ਪਹੁੰਚੇ ਤੇ ਫਿਰ ਗਾਂਧੀ ਨਗਰ ਗੁਜਰਾਤ ਪਹੁੰਚਦੇ ਨੇ। ਤਾਂ ਇਹ ਇਹਨਾਂ ਦਾ ਐਗਜ਼ਿਟ ਰੂਟ ਸੀ। ਜਿਹੜੇ ਦੋ ਅਸੀਂ ਜ਼ਿਕਰ ਕਰ ਰਹੇ ਸੀ ਕਿ ਦੋ ਮੋਡਿਊਲ ਸੀ, ਦੋ ਵੱਖੋ ਵੱਖਰੀਆਂ ਗੱਡੀਆਂ ਦੇ ਵਿੱਚ, ਕਰੋਲਾ ਦੇ ਵਿੱਚ ਤੇ ਜਿਹੜੀ ਬੋਲੈਰੋ ਸੀ ਉਸ ਦੇ ਵਿੱਚ ਸਵਾਰ ਸੀ। ਤਾਂ ਉਸ ਦੇ ਵਿੱਚੋਂ ਇਹ ਦੋਵੇਂ ਪੰਜਾਬ ਦੇ ਵਿੱਚ ਹੀ ਗਾਇਬ ਹੋ ਗਏ ਤੇ ਦੂਸਰੇ ਜਿਹੜੇ ਨੇ ਉਹ ਫਤਿਹਾਬਾਦ ਦੇ ਵਿੱਚ ਪਹਿਲਾਂ ਪਹੁੰਚਦੇ ਨੇ, ਉੱਥੇ ਰੁਕਦੇ ਨੇ ਤੇ ਫਿਰ ਉੱਥੋਂ ट्रक के जरिए अहमदाबाद दे लई रवाना हुंदे ने। ट्रक के जरिए फतेहाबाद तो फरार होए सी ए शूटर फौजी अंकित, कशिश ते दीपक मुंडी। तां ये सारा जिहड़ा इंतजाम है वो जो जानकारी है गोल्डी बराड़ दे वल्लों कीता गया सी। तां इस खबर ते होर जानकारी दे लई साडे सहयोगी मनोज राठी लगातार जुड़े हुए ने। मनोज, ਹੁਣ ਜੋ ਜਾਣਕਾਰੀ ਮਿਲ ਰਹੀ ਹੈ ਕਿ ਟਰੱਕ ਦੇ ਜ਼ਰੀਏ ਇਹ ਸ਼ੂਟਰ ਫਰਾਰ ਹੋਏ ਸੀ, ਤਾਂ ਇਸ ਨੂੰ ਲੈ ਕੇ ਕੀ ਕੁਝ ਹੋਰ ਜਾਣਕਾਰੀ ਸਾਹਮਣੇ ਆਈ ਹੈ? ਦੇਖੋ ਅਸ਼ਦੀਪ, ਇਹਦੇ ਵਿੱਚ ਹੁਣ ਲਗਾਤਾਰ ਖੁਲਾਸੇ ਹੋ ਰਹੇ ਕਿਉਂਕਿ ਪੁਲਿਸ ਇਹਦੇ ਵਿੱਚ ਹਰ ਇੱਕ ਐਂਗਲ ਤੇ ਕੰਮ ਕਰ ਰਹੀ ਹੈ ਕਿ ਆਖਿਰ ਉਹਨਾਂ ਦੀ ਪਲੈਨਿੰਗ ਤੋਂ ਲੈ ਕੇ ਵਾਰਦਾਤ ਤੋਂ ਲੈ ਕੇ ਅੱਗੇ ਜਿਹੜੇ ਉਹਨਾਂ ਦੇ ਐਗਜ਼ਿਟ ਰੂਟ ਸੀਗੇ, ਕਿਹੜੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ, ਪਲੈਨਿੰਗ ਕਿਸ ਤਰ੍ਹਾਂ ਦੀ ਸੀਗੀ, ਹੋਰ ਕਿਸ ਤਰ੍ਹਾਂ ਦੀ ਸਾਜ਼ਿਸ਼ ਹੋਈ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਜਿਹੜੀ ਹੈ ਜਿਹੜੇ ਵੀ ਗ੍ਰਿਫਤਾਰ ਕੀਤੇ ਹੈ ਪ੍ਰੇਵਿਤ ਫੌਜੀ ਦੇ ਨਾਲ ਹੋਰ ਜਿਹੜੇ ਸਾਥੀ ਹੈ ਉਹਨਾਂ ਤੋਂ ਪੁੱਛਗਿੱਛ ਹੋ ਰਹੀ ਹੈ। ਤੇ ਹੁਣ ਲਗਾਤਾਰ ਜਿਹੜੇ ਵੱਡੇ ਖੁਲਾਸੇ ਸਾਹਮਣੇ ਆ ਰਹੇ ਕਿ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪੂਰੀ ਪਲੈਨਿੰਗ ਦੇ ਤਹਿਤ ਗੋਲਡੀ ਬਰਾੜ ਲਗਾਤਾਰ ਉਹਨਾਂ ਨੂੰ ਆਰਡਰ ਦੇ ਰਿਹਾ ਸੀ। ਆਰਡਰ ਕਿਸ ਤਰ੍ਹਾਂ ਦੇ, ਹੁਣ ਤੁਸੀਂ ਉੱਥੇ ਜਾਣਾ ਹੈ, ਯਾਨੀ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੋਲਡੀ ਬਰਾੜ ਦਾ ਜਿਹੜਾ ਆਰਡਰ ਸੀਗਾ ਉਹ ਸੀਗਾ ਕਿ ਫਤਿਹਾਬਾਦ ਇੱਕ ਹੋਟਲ, ਬਾਈਪਾਸ ਇੱਕ ਫਤਿਹਾਬਾਦ ਹੋਟਲ ਹੈ, ਪਵਨ ਗੁੱਜਰ ਦਾ ਉਹ ਹੋਟਲ ਹੈ ਤੇ ਰਾਮ ਨਿਵਾਸ ਨਾਂ ਦਾ ਇੱਕ ਪਰਸਨ ਤੁਹਾਨੂੰ ਮਿਲੇਗਾ ਜੋ ਸਾਰੀ ਚੀਜ਼ਾਂ ਤੁਹਾਨੂੰ ਮੁਹੱਈਆ ਕਰਾਏਗਾ। ਹੁਣ ਰਾਮ ਨਿਵਾਸ ਕੌਣ ਹੈ, ਪਵਨ ਗੁੱਜਰ ਕੌਣ ਹੈ, ਇਹ ਹੁਣ ਲਗਾਤਾਰ ਪੁੱਛਗਿੱਛ ਆ ਰਿਹਾ। ਪਵਨ ਗੁੱਜਰ ਨੂੰ ਹਾਲਾਂਕਿ ਅਰੈਸਟ ਕਰ ਲਿਆ ਤੇ ਰਾਮ ਨਿਵਾਸ ਕੌਣ ਹੈ, ਉੱਥੇ ਫਤਿਹਾਬਾਦ ਹੋਟਲ 'ਚ ਪਹੁੰਚਦੇ ਆ, ਉਸ ਤੋਂ ਬਾਅਦ ਉੱਥੇ ਸਟੇ ਕਰਦੇ ਆ। 30 ਤਾਰੀਖ ਨੂੰ ਸਚਿਨ ਚੌਧਰੀ ਉੱਥੇ ਪਹੁੰਚਦਾ ਹੈ ਕਰੇਟਾ ਗੱਡੀ ਲੈ ਕੇ ਤੇ ਉਹਨਾਂ ਦੇ ਸਾਥੀ ਵੀ ਉਹਦੇ ਨਾਲ ਸੀਗੇ ਤੇ ਸਾਰੇ 30 ਤਾਰੀਖ ਨੂੰ ਉੱਥੋਂ ਨਿਕਲ ਜਾਂਦੇ ਨੇ, ਯਾਨੀ ਕਿ ਇੱਕ ਨਾਈਟ ਸਟੇ ਕਰਕੇ 30 ਤਾਰੀਖ ਨੂੰ ਉੱਥੋਂ ਨਿਕਲ ਜਾਂਦੇ ਨੇ। ਉਸ ਤੋਂ ਬਾਅਦ ਉਹ ਵੱਖ-ਵੱਖ ਯਾਨੀ ਕਿ ਕਈ ਦੱਸਿਆ ਜਾ ਰਿਹਾ ਹੈ ਕਿ ਕਈ ਜ਼ਿਲ੍ਹਿਆਂ 'ਚ ਯਾਨੀ ਕਿ 3-4 ਜਗ੍ਹਾ ਤੋਂ ਗੱਡੀ 'ਚ, ਆਪਣੀ ਕਰੇਟਾ ਗੱਡੀ 'ਚ ਉੱਥੇ ਉਸ ਤੋਂ ਅੱਗੇ ਜਾ ਕੇ ਇੱਕ ਰਿਟਸ ਗੱਡੀ ਮਿਲਦੀ ਹੈ ਜਿਹਨੂੰ ਚਲਾ ਰਿਹਾ ਸੀਗਾ ਕਪਿਲ ਪੰਡਿਤ ਉਹਨਾਂ ਨੂੰ ਚਲਾ ਰਿਹਾ ਸੀਗਾ। ਫਿਰ ਉਹਨਾਂ ਨੂੰ ਉਹ ਅੱਗੇ ਲੈ ਕੇ ਗਿਆ ਤੇ ਇੱਕ ਟਰੱਕ ਦਾ ਇੰਤਜ਼ਾਮ ਕੀਤਾ ਹੋਇਆ ਸੀਗਾ। ਜਿਹੜੀ ਵੱਡੇ ਖੁਲਾਸੇ ਹੁਣ ਸਾਹਮਣੇ ਆ ਰਹੇ ਹੈ, ਦੇਖੋ ਪਲੈਨਿੰਗ ਕਿਸ ਤਰ੍ਹਾਂ ਦੀ ਹੋਈ ਹੈ, ਬਹੁਤ ਵੱਡੀ ਪਲੈਨਿੰਗ, ਬਹੁਤ ਵੱਡੀ ਕਹਿ ਸਕਦੇ ਹਾਂ ਕਿ ਕਿਸ ਤਰ੍ਹਾਂ ਦੀ ਹੋਈ ਹੈ ਕਿ ਗੱਡੀ ਤੁਸੀਂ ਚੇਂਜ ਕਰਨੀ ਹੈ, ਜ਼ਿਆਦਾ ਦੇਰ ਤੁਸੀਂ ਗੱਡੀ 'ਚ ਨਹੀਂ ਬਹਿਣਾ, ਇੱਕ ਗੱਡੀ 'ਚ ਤੁਸੀਂ ਜ਼ਿਆਦਾ ਦੇਰ ਨਹੀਂ ਰਹਿਣਾ, ਚੇਂਜ ਤੇ ਇੱਕ ਟਰੱਕ ਦਾ ਅਰੇਂਜਮੈਂਟ ਕੀਤਾ ਹੋਇਆ ਸੀਗਾ। ਜਿਹੜੇ ਵੱਡੇ ਖੁਲਾਸੇ ਪੁਲਿਸ ਸੋਰਸਿਸ ਦੱਸ ਰਹੇ ਹੈ ਕਿ ਇੱਕ ਟਰੱਕ ਦਾ ਅਰੇਂਜਮੈਂਟ ਕੀਤਾ ਹੋਇਆ ਸੀਗਾ
ਉਹਨੂੰ ਪੈਸੇ ਦਿੱਤੇ ਹੋਏ ਸੀ ਟਰੱਕ ਨੂੰ। ਹੁਣ ਟਰੱਕ ਦੀ ਵੀ ਭਾਲ ਕੀਤੀ ਜਾ ਰਹੀ ਹੈ ਕਿ ਆਖਿਰ ਉਹ ਟਰੱਕ ਵਾਲਾ ਕੌਣ ਸੀਗਾ, ਕਿਹੜੇ ਟਰੱਕ 'ਚ ਗਏ। ਟਰੱਕ 'ਚ ਬਹਿ ਕੇ ਇਹਨਾਂ ਨੂੰ ਕਪਿਲ ਪੰਡਿਤ ਨੇ ਟਰੱਕ 'ਚ ਬਿਠਾਇਆ, ਜਿਹੜਾ ਪ੍ਰੇਵਤ ਫੌਜੀ ਸੀਗਾ ਉਹਦਾ ਜਿਹੜੇ ਸਾਥੀ ਸੀਗੇ। ਟਰੱਕ ਦੇ ਥਰੂ ਇਹ ਪਹੁੰਚੇ ਨੇ ਅਹਿਮਦਾਬਾਦ 'ਚ ਹੁੰਦੇ ਹੋਏ ਉਸ ਤੋਂ ਬਾਅਦ ਅਹਿਮਦਾਬਾਦ ਪਹੁੰਚ ਕੇ ਇਹ ਬੱਸਿਸ ਦੇ ਥਰੂ ਜਾਂ ਫਿਰ ਆਟੋ ਦੇ ਥਰੂ ਇਹ ਆਪਣੇ ਜਿਹੜੇ ਠਿਕਾਣੇ ਹੈ ਉਹ ਲਗਾਤਾਰ ਬਦਲਦੇ ਰਹੇ। ਯਾਨੀ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਐਗਜ਼ਿਟ ਰੂਲ ਸੀਗਾ, ਜਿਹਦਾ ਤੁਸੀਂ ਪਹਿਲਾਂ ਵੀ ਦੱਸਿਆ ਕਿ ਮਨੂ ਖੁਸਾ, ਜਗਰੂਪ ਰੂਪਾ ਤੇ ਦੀਪਕ ਮੁੰਡੀ, ਇਹ ਜਿਹੜੇ 3 ਸ਼ਾਰਪ ਸ਼ੂਟਰਸ ਨੇ, ਇਹ ਬਾਹਰ ਜਾਣਾ ਹੀ ਨਹੀਂ ਚਾਹੁੰਦੇ ਸੀਗੇ। ਜਿਹੜੀ ਹੁਣ ਤੱਕ ਦੀ ਪੁੱਛਗਿੱਛ ਸਾਹਮਣੇ ਆਇਆ ਹੈ ਕਿ ਪ੍ਰੇਵਤ ਫੌਜੀ ਨੇ ਵੀ ਇਹ ਗੱਲ ਮੰਨੀ ਹੈ ਕਿ ਉਹਨਾਂ ਨੂੰ ਅਸੀਂ ਕਿਹਾ ਸੀਗਾ ਕਿ ਤੁਸੀਂ ਨਾਲ ਚੱਲੋ, ਲੇਕਿਨ ਮਨੂ ਖੁਸਾ ਇੰਟਰਸਟਿਡ ਨਹੀਂ ਸੀਗਾ। ਯਾਨੀ ਕਿ ਬਾਰਡਰ ਏਰੀਆ ਕ੍ਰਾਸ ਕਰਨ 'ਚ ਕੋਈ ਇੰਟਰਸਟਿਡ ਨਹੀਂ ਸੀਗਾ, ਉਹ ਪੰਜਾਬ 'ਚ ਹੀ ਰਹਿਣਾ ਚਾਹੁੰਦੇ ਸੀਗੇ। ਹਾਲਾਂਕਿ ਹਜੇ ਤੱਕ ਫਰਾਰ ਦੱਸੇ ਜਾ ਰਹੇ ਨੇ। ਮਨੂ ਖੁਸਾ ਹਜੇ ਤੱਕ ਫਰਾਰ ਹੈ। ਜਗਰੂਪ ਰੂਪਾ ਦੀ ਗੱਲ ਕਰ ਲਈਏ, ਦੀਪਕ ਮੁੰਡੀ ਦੀ ਜਿਹੜੇ 3 ਸ਼ਾਰਪ ਸ਼ੂਟਰ ਨੇ ਮੇਨ, ਉਹ ਹਜੇ ਤੱਕ ਫਰਾਰ ਹੈ। ਲੇਕਿਨ ਇਹਨਾਂ ਦਾ ਜਿਹੜਾ ਐਗਜ਼ਿਟ ਰੂਟ ਹੈ ਉਹ ਸਾਰਾ ਗੋਲਡੀ ਬਰਾੜ ਪਹਿਲਾਂ ਹੀ ਫਿਕਸ ਕਰ ਚੁੱਕਿਆ ਸੀਗਾ। ਸਚਿਨ ਚੌਧਰੀ ਦੀ ਡਿਊਟੀ ਲਾਈ ਸੀ, ਉਸ ਤੋਂ ਇਲਾਵਾ ਕਪਿਲ ਪੰਡਿਤ ਦੀ ਡਿਊਟੀ ਲਾਈ ਸੀ ਕਿ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਵੱਖ-ਵੱਖ ਗੱਡੀਆਂ ਦੇ ਥਰੂ, ਪਹਿਲਾਂ ਕਰੇਟਾ, ਫਿਰ ਰੇਡਸ, ਉਸ ਤੋਂ ਬਾਅਦ ਤੁਸੀਂ ਟਰੱਕ ਕਰਾਓ। ਉੱਥੇ ਜਾ ਕੇ ਤੁਸੀਂ ਇੱਕ 'ਚ ਨਹੀਂ ਰਹਿਣਾ, ਤੁਸੀਂ ਬੱਸਾਂ 'ਚ ਜਾਓ, ਤੁਸੀਂ ਆਟੋ 'ਚ ਯੂਜ਼ ਕਰੋ, ਤੁਸੀਂ ਕਿਰਾਏ ਤੇ ਰਹੋ, ਤੁਸੀਂ ਕਿਸੇ ਹੋਟਲ 'ਚ ਰਹੋ, ਕਿਉਂਕਿ ਪੈਸੇ ਵੀ ਜਾਂ ਹੋਰ ਕਈ ਚੀਜ਼ਾਂ ਜਿਹੜੀ ਹੈ ਉਹ ਲਗਾਤਾਰ ਗੋਲਡੀ ਬਰਾੜ ਜਾਂ ਉਹਨਾਂ ਦੇ ਜਿਹੜੇ ਸਾਥੀ ਹੈ ਉਹ ਮੁਹੱਈਆ ਕਰਾ ਰਹੇ ਸੀਗੇ। ਲੇਕਿਨ ਹੁਣ ਲਗਾਤਾਰ ਜਿਹੜੀ ਧਰਪਕੜ ਕੀਤੀ ਗਈ ਪੁਲਿਸ ਵੱਲੋਂ ਲਗਾਤਾਰ ਕੀਤੀ ਗਈ ਤਾਂ ਅਚਾਨਕ ਗੋਲਡੀ ਬਰਾੜ ਵੀ ਅਚਾਨਕ ਗਾਇਬ ਹੋ ਜਾਂਦਾ ਹੈ, ਅੰਡਰਗਰਾਉਂਡ ਹੋ ਚੁੱਕਾ ਹੈ, ਫੋਨ ਵਗੈਰਾ ਸਾਰੇ ਸੁਚ ਆਫ ਹੈ, ਕਿਸੇ ਨੂੰ ਨਹੀਂ ਪਤਾ ਕਿ ਗੋਲਡੀ ਬਰਾੜ ਕਿੱਥੇ ਹੈ। ਲੇਕਿਨ ਜਿਹੜੀ ਪ੍ਰੇਵਤ ਫੌਜੀ ਤੋਂ ਹੋਰ ਜਿਹੜੇ ਸ਼ਾਰਪ ਸ਼ੂਟਰ ਫੜੇ ਗਏ ਨੇ ਉਹਨਾਂ ਤੋਂ ਪੁੱਛਗਿੱਛ ਹੋ ਰਹੀ ਹੈ ਕਿ ਬੜੀ ਹੈਰਾਨ ਕਰ ਦੇਣੇ ਵਾਲੀ, ਕਹਿ ਸਕਦੇ ਕਿ ਇੱਕ ਵੱਡੀ ਪਲੈਨਿੰਗ, ਹਾਈ ਪ੍ਰੋਫਾਈਲ ਮਰਡਰ ਤੋਂ ਬਾਅਦ ਵੱਡੀ ਪਲੈਨਿੰਗ ਸੀ ਕਿ ਤੁਸੀਂ ਕਿੱਥੇ ਜਾਣਾ ਹੈ, ਤੁਸੀਂ ਬਿਲਕੁਲ ਡਿਵਾਈਡ ਹੋ ਜਾਣਾ ਹੈ ਜਾਂ ਨਹੀਂ ਹੋ ਜਾਣਾ, ਤੁਸੀਂ ਉਸ ਤੋਂ ਬਾਅਦ ਫਤਿਹਬਾਦ ਜਾਣਾ ਹੈ, ਉਸ ਤੋਂ ਬਾਅਦ ਤੁਸੀਂ ਹਿਸਾਰ ਦੇ ਉਕਲਾਨਾ ਜਾਣਾ ਹੈ, ਤੁਸੀਂ ਉਸ ਤੋਂ ਬਾਅਦ ਘੁੰਮ ਫਿਰ ਕੇ ਤੁਸੀਂ ਸਿੱਧਾ ਅਹਿਮਦਾਬਾਦ ਨਿਕਲਣਾ ਹੈ। ਉਹਦੇ ਵਾਸਤੇ ਤੁਹਾਡੇ ਅਰੇਂਜਮੈਂਟ ਵੀ ਕਰਾਏ ਹੋਏ ਨੇ, ਟਰੱਕਸ ਦਾ ਅਰੇਂਜਮੈਂਟ ਕਰਾਇਆ ਹੋਇਆ ਹੈ, ਤੁਸੀਂ ਆਪਣੇ ਹਥਿਆਰ ਲੈ ਕੇ ਵੀ, ਕਿਉਂਕਿ ਪ੍ਰੇਵਤ ਫੌਜੀ ਕੋਲ ਹਥਿਆਰ ਵੀ ਸੀਗੇ, ਗ੍ਰੇਨੇਡ ਲਾਂਚਰ ਜਿਹੜੇ AK-47 ਹੈ, ਕਿਉਂਕਿ ਅੱਧੇ ਹਥਿਆਰ ਪ੍ਰੇਵਤ ਫੌਜੀ ਕੋਲ ਸੀਗੇ ਤੇ ਅੱਧੇ ਹਥਿਆਰ ਜਿਹੜੇ ਹੈਗੇ ਮਨੂ ਖੁਸਾ ਕੋਲ ਸੀਗੇ। ਤੇ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਲਗਾਤਾਰ ਪੁਲਿਸ ਜਿਹੜੀ ਹੈ ਉਹ ਇਨਵੈਸਟੀਗੇਸ਼ਨ 'ਚ ਜੁਟੀ ਹੈ ਤੇ ਵੱਡੇ ਖੁਲਾਸੇ ਜਿਹੜੇ ਆ ਉਹ ਸਾਹਮਣੇ ਆ ਰਹੇ। ਅਰਸ਼ ਜੀ ਸ਼ੁਕਰੀਆ ਮਨੋਜ ਪੂਰੀ ਜਾਣਕਾਰੀ ਦੇ ਲਈ। ਤਾਂ ਨਿਤ ਨਵੇਂ ਖੁਲਾਸੇ ਇਸ ਮਾਮਲੇ ਦੇ ਵਿੱਚ ਹੋ ਰਹੇ ਨੇ। ਬਹੁਤ ਵੱਡੇ ਲੈਵਲ ਦੇ ਉੱਤੇ ਪਲਾਨਿੰਗ ਹੋਈ ਸੀ, ਕਿਸ ਤਰੀਕੇ ਦੇ ਨਾਲ ਇਹ ਸ਼ੂਟਰ ਪਹੁੰਚਦੇ ਨੇ, ਫਿਰ ਉੱਥੋਂ ਵੱਖੋ ਵੱਖਰੀਆਂ ਦਿਸ਼ਾਵਾਂ 'ਚ ਫਰਾਰ ਹੁੰਦੇ ਨੇ, ਕਿੱਥੇ ਰੁਕਦੇ ਨੇ, ਕਿਵੇਂ ਇਹਨਾਂ ਦੇ ਲਈ ਇੰਤਜ਼ਾਮ ਕੀਤਾ ਗਿਆ, ਫਿਰ ਕਿੱਥੇ ਜਾ ਕੇ ਛੁਪਦੇ ਨੇ, ਹਥਿਆਰ ਕਿੱਥੇ ਲੁਕਾਉਂਦੇ ਨੇ। ਬਹੁਤ ਵੱਡੇ ਲੈਵਲ ਦੀ ਪਲਾਨਿੰਗ ਸੀ ਤੇ ਲਗਾਤਾਰ ਇਸ ਮਾਮਲੇ ਦੇ ਵਿੱਚ ਖੁਲਾਸੇ ਹੋ ਰਹੇ ਨੇ। ਸ਼ੂਟਰ ਟਰੱਕ ਦੇ ਜ਼ਰੀਏ ਫਤਿਆਬਾਦ ਤੋਂ ਅਹਿਮਦਾਬਾਦ ਭੱਜੇ ਸੀ, ਗੋਲਡੀ ਬਰਾੜ ਨੇ ਸਾਰਾ ਇੰਤਜ਼ਾਮ ਕਰਵਾਇਆ ਸੀ। ਇਹ ਸੂਤਰਾਂ ਦੇ ਹਵਾਲੇ ਨਾਲ ਜਾਣਕਾਰੀ ਹੈ। ਉਧਰ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਵਿਕਰਮ ਬਰਾੜ ਦੇ ਇੱਕ ਗੁਰਗੇ ਨੂੰ ਦਿੱਲੀ 'ਚ ਗ੍ਰਿਫਤਾਰ ਕੀਤਾ ਗਿਆ ਹੈ। ਗੈਂਗਸਟਰ ਪਵਨ ਮਟਰੂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਮਟਰੂ ਤੇ ਪੰਜਾਬ 'ਚ 11 ਅਪਰਾਧਿਕ ਮਾਮਲੇ ਦਰਜ ਨੇ। ਪਵਨ ਮਟਰੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲਾਰੈਂਸ ਤੇ ਵਿਕਰਮ ਬਰਾੜ ਦਾ ਇਹ ਗੁਰਗਾ ਹੈ, ਦਿੱਲੀ 'ਚ ਇਸ ਦੀ ਗ੍ਰਿਫਤਾਰੀ ਹੋਈ ਹੈ। ਗੈਂਗਸਟਰ ਪਵਨ ਮਟਰੂ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਤੇ ਪੰਜਾਬ ਦੇ ਵਿੱਚ ਵੀ ਇਸ ਤੇ 11 ਅਪਰਾਧਿਕ ਮਾਮਲੇ ਦਰਜ ਨੇ। ਰੋਹਿਣੀ ਕੋਰਟ ਦੇ ਵਿੱਚ ਹੋਏ ਗੈਂਗਸਟਰ ਗੋਗੀ ਦੇ ਕਤਲ ਦਾ ਬਦਲਾ ਲੈਣ ਦਾ ਇਹ ਪਲਾਨ ਬਣਾ ਰਿਹਾ ਸੀ। ਬਦਲਾ ਲੈਣ ਦੇ ਲਈ ਮਟਰੂ ਦਿੱਲੀ ਗਿਆ ਸੀ। ਕਤਲ ਦਾ ਆਦੇਸ਼ ਕੈਨੇਡਾ ਬੈਠੇ ਵਿਕਰਮ ਬਰਾੜ ਨੇ ਦਿੱਤਾ ਸੀ। ਪਿਛਲੇ ਸਾਲ 24 ਸਤੰਬਰ ਨੂੰ ਗੈਂਗਸਟਰ ਜਤਿੰਦਰ ਗੋਗੀ ਦਾ ਕਤਲ ਹੋਇਆ ਸੀ। ਨੂਰ ਮਹਿਲ ਦਾ ਰਹਿਣ ਵਾਲਾ ਹੈ ਮਟਰੂ, ਜੋ ਦਿੱਲੀ ਪਹੁੰਚਿਆ ਹੋਇਆ ਸੀ। ਦਿੱਲੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਹੁਣ। ਦਿੱਲੀ ਦੇ ਗੈਂਗਸਟਰ ਨੀਰਜ ਬਵਾਨਾ, ਹਰਿਆਣਾ ਦੇ ਗੈਂਗਸਟਰ ਕੌਸ਼ਲ ਚੌਧਰੀ ਅਤੇ ਅਰਮੇਨੀਆ 'ਚ ਬੈਠੇ ਲੱਕੀ ਪਟਿਆਲ ਦੇ ਗੁਰਗਿਆਂ ਦਾ ਕਤਲ ਕਰਨ ਦੀ ਸਾਜ਼ਿਸ਼ ਰਚ ਕੇ ਮਟਰੂ ਦਿੱਲੀ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਹੋਰ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਸੁਰਿੰਦਰ ਕੰਬੋਜ ਜੁੜੇ ਨੇ। ਸੁਰਿੰਦਰ, ਕੀ ਕੁਝ ਜਾਣਕਾਰੀ ਪਵਨ ਮਟਰੂ ਦੇ ਬਾਰੇ? ਜਿਹੜੀ ਕਿ ਦਿੱਲੀ ਸਪੈਸ਼ਲ ਸੈੱਲ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਜਿਹੜੇ ਲਾਰੈਂਸ ਬਿਸ਼ਨੋਈ ਤੇ ਵਿਕਰਮਜੀਤ ਸਿੰਘ ਜਿਹੜੇ ਇਸ ਵੇਲੇ ਕੈਨੇਡਾ 'ਚ ਰਹਿ ਰਹੇ ਨੇ, ਉਹਨਾਂ ਦੇ ਗੁਰਗੇ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਮਟਰੂ ਨੂੰ। ਔਰ 24 ਸਤੰਬਰ ਨੂੰ ਦਿੱਲੀ ਵਿੱਚ ਰੋਹਿਣੀ ਕੋਰਟ ਵਿੱਚ ਕਤਲ ਕੀਤੇ ਗਏ ਲਾਰੈਂਸ ਬਿਸ਼ਨੋਈ ਦੇ ਗੈਂਗਸਟਰ ਜਤਿੰਦਰ ਗੋਗੀ ਦੀ ਹੱਤਿਆ ਦਾ ਬਦਲਾ ਲੈਣ ਵਾਸਤੇ ਦਿੱਲੀ ਗਿਆ ਸੀਗਾ ਔਰ ਇਸ ਨੂੰ ਦਿੱਲੀ ਦੀ ਸਪੈਸ਼ਲ ਸੈੱਲ ਨੇ ਹੁਣ ਗ੍ਰਿਫਤਾਰ ਕਰ ਲਿਆ। ਜੀ ਸ਼ੁਕਰੀਆ ਸੁਰਿੰਦਰ ਪੂਰੀ ਜਾਣਕਾਰੀ ਦੇ ਲਈ। ਤਾਂ ਪਵਨ ਮਟਰੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲਾਰੈਂਸ ਬਿਸ਼ਨੋਈ ਤੇ ਵਿਕਰਮ ਬਰਾੜ ਦੇ ਨਾਲ ਇਸ ਦੇ ਸਬੰਧ ਨੇ। ਵਿਕਰਮ ਬਰਾੜ ਨੇ ਇਸ ਨੂੰ ਦਿੱਲੀ ਭੇਜਿਆ ਸੀ, ਵਿਰੋਧੀ ਗੈਂਗ ਤੋਂ ਬਦਲਾ ਲੈਣ ਦਾ ਪਲਾਨ ਬਣਾ ਰਿਹਾ ਸੀ ਤੇ ਦਿੱਲੀ ਪੁਲਿਸ ਨੇ ਹੁਣ ਗ੍ਰਿਫਤਾਰ ਕਰ ਲਿਆ ਹੈ।
ਉਧਰ ਹਰਿਆਣਾ ਦੇ ਬਹਾਦਰਗੜ੍ਹ ਤੋਂ ਲਾਰੈਂਸ ਗੈਂਗ ਦੇ 5 ਸ਼ਾਤਿਰ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ। ਬਹਾਦਰਗੜ੍ਹ ਦੇ ਵਿੱਚ ਪੁਲਿਸ ਨੇ ਇਹਨਾਂ ਨੂੰ ਕਾਬੂ ਕੀਤਾ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਲਈ ਹਥਿਆਰਾਂ ਦਾ ਇੰਤਜ਼ਾਮ ਕਰਦੇ ਸੀ, ਲਗਜ਼ਰੀ ਗੱਡੀਆਂ ਵੀ ਚੋਰੀ ਕਰਦੇ ਸੀ, ਡਰੱਗ ਸਪਲਾਈ ਵੀ ਕਰਦੇ ਸੀ। ਇਹ ਸਾਰੇ ਇਲਜ਼ਾਮ ਨੇ ਇਹਨਾਂ ਦੇ ਉੱਤੇ। 5 ਜਿਹੜੇ ਸ਼ਾਤਿਰ ਬਦਮਾਸ਼ ਨੇ ਉਹ ਹਰਿਆਣਾ ਦੇ ਬਹਾਦਰਗੜ੍ਹ ਦੇ ਵਿੱਚ ਕਾਬੂ ਕੀਤੇ ਗਏ ਨੇ, ਜਿਨ੍ਹਾਂ ਦੇ ਉੱਤੇ ਲਾਰੈਂਸ ਗੈਂਗ ਨੂੰ ਹਥਿਆਰਾਂ ਦਾ ਇੰਤਜ਼ਾਮ ਕਰਨ ਦੇ ਇਲਜ਼ਾਮ ਨੇ। ਲਗਜ਼ਰੀ ਗੱਡੀਆਂ ਵੀ ਚੋਰੀ ਕਰਦੇ ਸੀ, ਡਰੱਗ ਸਪਲਾਈ ਕਰਨ ਦੇ ਵੀ ਇਹਨਾਂ ਤੇ ਇਲਜ਼ਾਮ ਨੇ। ਦਿੱਲੀ, ਹਰਿਆਣਾ, ਯੂਪੀ ਤੇ ਪੰਜਾਬ ਦੇ ਵਿੱਚ ਇਹਨਾਂ ਤੇ ਕਈ ਮਾਮਲੇ ਦਰਜ ਨੇ। ਤਾਂ 5 ਨੂੰ ਕਾਬੂ ਕੀਤਾ ਗਿਆ ਹੈ ਹਰਿਆਣਾ ਦੇ ਬਹਾਦਰਗੜ੍ਹ ਦੇ ਵਿੱਚ, ਜਿਨ੍ਹਾਂ ਦੇ ਉੱਤੇ ਲਾਰੈਂਸ ਗੈਂਗ ਦੇ ਲਈ ਹਥਿਆਰਾਂ ਦਾ ਇੰਤਜ਼ਾਮ ਕਰਨ ਦੇ ਇਲਜ਼ਾਮ ਨੇ। ਹਥਿਆਰਾਂ ਦਾ ਇੰਤਜ਼ਾਮ ਕਰਦੇ ਸੀ, ਲਗਜ਼ਰੀ ਗੱਡੀਆਂ ਚੋਰੀ ਕਰਦੇ ਸੀ, ਡਰੱਗ ਸਪਲਾਈ ਕਰਦੇ ਸੀ। ਇਹ ਸਾਰੇ ਇਲਜ਼ਾਮ ਨੇ ਇਹਨਾਂ ਤੇ। ਦਿੱਲੀ, ਹਰਿਆਣਾ, ਯੂਪੀ ਤੇ ਪੰਜਾਬ, ਯਾਨੀ ਕਿ ਕਈ ਸੂਬਿਆਂ ਦੇ ਵਿੱਚ ਇਹਨਾਂ ਤੇ ਮਾਮਲੇ ਦਰਜ ਨੇ। वो ये लोग देखते थे। इसमें जो सबसे इम्पोर्टेंट क्रिमिनल है उसका नाम है मनोज बकरवाल। मनोज बकरवाल नॉर्थ इंडिया का एक सबसे नोटोरियस कार छीनने वाला व लग्जरी गाड़ियां चोरी करने वाला क्रिमिनल है। इसका जो दूसरा साथी है उसका नाम है चिराग इलियास कालू। चिराग लॉरेंस बिश्नोई गैंग के एक इम्पोर्टेंट गैंग मेंबर टीनू हरियाणा का सगा छोटा भाई है। वह ये भी शराब की स्मगलिंग और इस गैंग के लिए जो उगाही का पैसा इकट्ठा करने का काम करता है। इनके जो बाकी साथी हैं उसमें एक का नाम अमित है। अमित मूलतः वैसे सोनीपत का रहने वाला है, लेकिन काफ़ी साल से पिंजौर में सेटल है और ये मनोज बकरवाला के साथ गाड़ियां चोरी करने के काम में, वह गाड़ियों को जब तक किसी आगे ऑपरेशन में जरूरत ना पड़े उस काम में तब तक उसको ठिकाने लगा के रखने का काम करता है। ਤਾਂ 5 ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਦੇ ਸਬੰਧ ਲਾਰੈਂਸ ਗੈਂਗ ਦੇ ਨਾਲ ਨੇ। प्रदीप धनखड़ ਸਾਡੇ सहयोगी जुड़े ने बहादुरगढ़ तो और जानकारी के लिए। प्रदीप, क्या कुछ जानकारी इन 5 बदमाशों के बारे में? जी एसटीएफ दरअसल 5 आरोपियों को पुलिस ने गिरफ्तार करने में सफलता हासिल की है। बहादुरगढ़ एसटीएफ ने इन्हें गिरफ्तार किया है। ये सभी आरोपी लॉरेंस बिश्नोई गैंग से संबंध रखते हैं और लॉरेंस बिश्नोई गैंग के लिए ही लग्जरी गाड़ियां चुराने का काम करते थे, साथ ही हथियार सप्लाई करने का काम करते थे। इतना ही नहीं, ड्रग्स और चिट्टा भी ये सप्लाई करते थे और गैंग मेंबर्स तक पहुंचाने का काम भी किया जाता था। लॉरेंस बिश्नोई गैंग के लिए अवैध वसूली करने का काम भी इन लोगों की तरफ से किया जा रहा था। बहादुरगढ़ एसटीएफ को सूचना मिली थी कि ये दिल्ली से बहादुरगढ़ में एंटर कर रहे हैं और बहादुरगढ़ के रास्ते ही हरियाणा की किसी जगह पर जाने वाले हैं। इसी बात के पता चलने के बाद एसटीएफ ने जाल बिछाया और इन 5 आरोपियों को गिरफ्तार करने में सफलता हासिल की। इनके कब्जे से चोरी की गई 2 गाड़ियां भी बरामद हुई हैं, जिनमें से एक महिंद्रा स्कॉर्पियो और दूसरी टोयोटा इनोवा गाड़ी है। फिलहाल पुलिस इनसे पूछताछ करने में जुटी हुई है। फिलहाल जो 5 आरोपी हैं उनसे और भी कई बड़े मामलों के खुलासा होने की उम्मीद बनी हुई है। 5 आरोपियों में सबसे जो बड़ा बदमाश है वो मनोज बकरवाला है। मनोज बकरवाला के ऊपर 100 से ज्यादा गाड़ियां चुराने के मामले पहले भी दर्ज हैं। 10 साल से ज्यादा की सजा वो काट भी चुका है, जेल की हवा भी खा चुका है। इतना ही नहीं, लग्जरी गाड़ियां जो ये चुराता था उसके फर्जी कागजात तैयार करता था और लॉरेंस बिश्नोई गैंग के जो सदस्य हैं उनके मार्फत ही महंगे दामों में गाड़ियां बेचने का काम किया जाता था। मेरठ में चेसिस नंबर बदलवाता था और इसके बाद प्रयागराज उत्तर प्रदेश में फर्जी कागजात तैयार किए जाते थे गाड़ियों के और सभी गाड़ियों को महंगे दामों पर बेचने के बाद जो पैसा आता था उसे नशा तस्करी के लिए इस्तेमाल किया जाता था। इतना ही नहीं, मनोज ने ये भी खुलासा किया है कि उसने एक फॉर्च्यूनर गाड़ी चुराई थी जिसकी नंबर प्लेट तक चेंज की जा चुकी है, नए कागजात बनाए जा चुके हैं। वो हिमाचल के बद्दी में खड़ी हुई है। फिलहाल पुलिस उसे भी अपने कब्जे में लेने के लिए रवाना हो चुकी है। उस गाड़ी को भी कब्जे में लिया जाएगा। इतना ही नहीं, जो गाड़ियां चोरी की गई थी उनके संबंध में भी फिलहाल पुलिस पता लगाने की कोशिश कर रही है। जी शुक्रिया प्रदीप पूरी जानकारी के लिए। ਤਾਂ ਕਾਫੀ ਕੁਝ ਹੋਰ ਵੀ ਖੁਲਾਸੇ ਇਸ ਮਾਮਲੇ ਦੇ ਵਿੱਚ ਹੋ ਸਕਦੇ ਨੇ। 5 ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ। ਲਾਰੈਂਸ ਬਿਸ਼ਨੋਈ ਗੈਂਗ ਦੇ ਲਈ ਹਥਿਆਰਾਂ ਦਾ ਇੰਤਜ਼ਾਮ ਕਰਦੇ ਸੀ, ਲਗਜ਼ਰੀ ਗੱਡੀਆਂ ਚੋਰੀ ਕਰਦੇ ਸੀ, ਡਰੱਗ ਸਪਲਾਈ ਵੀ ਕਰਦੇ ਸੀ। ਤਾਂ 5 ਸ਼ਾਤਿਰ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਹੈ ਤੇ ਹੋਰ ਵੀ ਪੁੱਛਗਿੱਛ ਦੇ ਵਿੱਚ ਖੁਲਾਸੇ ਹੋ ਸਕਦੇ ਨੇ।